ਜਿਹੜਾ ਹੈ ਨਵੇਂ ਏਜੀ ਦੀਆਂ ਚਰਚਾਵਾਂ ਨੇ। ਨਿਊਜ਼ ਰੂਮ ਦਾ ਰੁਖ ਕਰ ਲੈਂਦੇ ਹਾਂ। ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜ ਰਹੇ ਨੇ। ਗੌਰਵ, ਜਿਸ ਤਰੀਕੇ ਨਾਲ ਅਨਮੋਲ ਰਤਨ ਸਿੱਧੂ ਨੂੰ ਆਪਾਂ ਸੁਣ ਰਹੇ ਸੀ, ਇੱਕ ਤੇ ਬੜੀ ਜ਼ਾਹਿਰ ਜੀ ਗੱਲ ਹੈ ਕਿ ਕੋਈ ਵੀ ਵਿਅਕਤੀ ਸਿੱਧਾ ਆ ਕੇ ਤਾਂ ਇਹ ਗੱਲ ਨਹੀਂ ਕਹੇਗਾ ਕਿ ਮੇਰਾ ਆ ਮਨਮੁਟਾਵ ਸੀ, ਮੇਰੇ ਆ ਰੀਜ਼ਨ ਸੀ, ਇਸ ਕਰਕੇ ਮੈਂ ਆਪਣੇ ਅਹੁਦੇ ਨੂੰ ਛੱਡਦਾ, ਆਪਣੇ ਅਹੁਦੇ ਤੋਂ ਬੈਕਆਊਟ ਕਰਦਾ। ਸੋ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਸੰਕੇਤ ਹੁੰਦੇ ਨੇ, ਕੁਝ ਚਰਚਾਵਾਂ ਹੁੰਦੀਆਂ ਨੇ, ਕੁਝ ਮੀਡੀਆ ਦੇ ਸੋਰਸਿਸ ਹੁੰਦੇ ਨੇ, ਤੁਸੀਂ ਪਤਾ ਕਰ ਲੈਂਦੇ ਹੋ ਸੱਜੇ ਖੱਬਿਓਂ ਕਿ ਅਸਲ 'ਚ ਰੌਲਾ ਕੀ ਸੀ, ਵਕੀਲ ਭਾਈਚਾਰਾ ਕੀ ਸੋਚਦਾ, ਉਹਨਾਂ ਦੇ ਵਿੱਚ ਕੀ ਗੱਲਾਂ ਬਾਤਾਂ ਸੀ। ਜੇ ਮੋਟੇ ਤੌਰ ਤੇ ਰੀਜ਼ਨ ਸਮਝਣੇ ਚਾਹੀਏ ਤਾਂ ਇੱਕ ਦੋ ਰੀਜ਼ਨ ਕੀ ਹੋ ਸਕਦੇ ਆ ਅਸਤੀਫੇ ਦੇ? ਕੁਝ ਐਸੀ ਕੋਈ ਸੋਰਸਿਸ ਤੋਂ ਖਬਰ ਜਾਂ ਕੋਈ ਜਾਣਕਾਰੀ ਹੋਵੇ? बिल्कुल विजय, देखो दो तीन चीज़ां हैगियां। पहली गल तो यह है कि 19 तरीक ਨੂੰ रिजाइन किया गया और उस तो बाद लग रहा है कि 4-5 दिन मनाने की कोशिश की गई जिस दे विच शायद नहीं मने। या दूजा पॉइंट यह है कि 19 तरीक तो बाद अंदर खाते तैयारी की गई कि अगला एजी किहड़ा होएगा, उस तो बाद ही खबर नूं बाहर आउण दिता जाए। 19 तरीक रिजाइन दे उत्ते डेट लिखी गई है और 2-3 लाइनां दे विच जे रिजाइन किया गया तो उसका भी एक सीधा मतलब हुंदा है कि बस दे रहे हैं अस्तीफा, कि खुल के कुछ बोलना नहीं या कुछ कहना नहीं। ਹੁਣ ਨੈਕਸਟ ਪੁਆਇੰਟ ਇਹ ਹੈ ਕਿ ਕਿੱਥੇ ਜਾ ਕੇ ਕੋਈ ਨਾ ਕੋਈ ਅੜਿੱਕਾ ਬਣ ਗਿਆ, ਕਿਉਂਕਿ ਬੇਸ਼ੱਕ ਇਹ ਕਿਹਾ ਜਾ ਰਿਹਾ ਹੋਵੇ ਕਿ ਪਰਸਨਲ ਰੀਜ਼ਨਸ ਨੇ ਕੁਝ ਜਾਂ ਫਿਰ ਕੋਈ ਨਾ ਕੋਈ ਪਰਿਵਾਰਕ ਇਸ਼ੂਜ਼ ਨੇ, ਇਸ ਕਰਕੇ ਅਸੀਂ ਰਿਜ਼ਾਈਨ ਕਰ ਰਹੇ ਹਾਂ, ਮੈਂ ਰਿਜ਼ਾਈਨ ਕਰ ਰਿਹਾ। ਖੈਰ, ਇੱਕ ਦੱਸਣ ਨੂੰ ਠੀਕ ਹੈ, ਪਰ ਮੰਨਣਾ ਥੋੜਾ ਜਿਹਾ, ਹਜ਼ਮ ਕਰਨਾ ਇਸ ਤਰੀਕੇ ਨਾਲ ਔਖਾ ਹੁੰਦਾ, ਉਹ ਵੀ ਇਸ ਕਰਕੇ ਕਿਉਂਕਿ ਪਿਛਲੇ 3-4 ਮਹੀਨੇ ਹੀ ਸਿਰਫ ਹੋਏ ਨੇ। 19 ਮਾਰਚ ਤੋਂ 19 ਜੁਲਾਈ ਦਾ ਦਿਨ ਆਇਆ, ਰਿਜ਼ਾਈਨ ਤੁਸੀਂ ਕਰ ਦਿੱਤਾ। ਔਰ ਜੇ ਹੁਣ ਕਾਰਨਾਂ ਦੀ ਗੱਲ ਕਰੀਏ, ਕਾਰਨ ਜਿਹੜੇ ਵੱਡੇ ਕੇਸਿਸ ਨੇ ਇਸ ਸਮੇਂ ਪੰਜਾਬ ਦੇ ਵਿੱਚ ਕਿਹੜੇ? ਇੱਕ ਹੈਗਾ ਬੇਅਦਬੀ ਦਾ ਕੇਸ, ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦਾ ਕੇਸ, ਉਸ ਤੋਂ ਬਾਅਦ ਡਰੱਗਸ ਦਾ ਕੇਸ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਵਾਲਾ ਕੇਸ। ਗੈਂਗਸਟਰਾਂ ਵਾਲੇ ਕੇਸ ਦੇ ਵਿੱਚ ਜ਼ਰੂਰ ਪੁਲਿਸ ਨੂੰ ਕਾਮਯਾਬੀ, ਪ੍ਰਸ਼ਾਸਨ ਨੂੰ, ਵਕੀਲਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਜਦੋਂ ਜਾ ਕੇ ਖੁਦ ਪੈਰਵੀ ਕਰਦੇ ਨੇ। ਇਹ ਇੱਕ ਤਰੀਕੇ ਨਾਲ ਪਿੱਠ ਥਾਪੜੀ ਜਾ ਰਹੀ ਸੀ ਏਜੀ ਅਨਮੋਲ ਰਤਨ ਸਿੱਧੂ ਦੀ। ਜਦੋਂ ਉਹ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਲੈਣ ਪੁਲਿਸ ਪਹੁੰਚੀ ਤਾਂ ਅਦਾਲਤ ਦੇ ਵਿੱਚ ਪੈਰਵੀ ਕਰਨ ਦੇ ਲਈ, ਤਰਕ ਦੇਣ ਦੇ ਲਈ ਖੁਦ ਏਜੀ ਪਹੁੰਚੇ ਹੁੰਦੇ ਨੇ। ਇਸ ਕਰਕੇ ਖੂਬ ਉਹਨਾਂ ਦੀ ਸ਼ਲਾਘਾ ਵੀ ਹੋਈ ਉਸ ਸਮੇਂ। ਤਾਂ ਗੈਂਗਸਟਰਾਂ ਵਾਲੇ ਕੇਸਿਸ ਦੇ ਵਿੱਚ ਲਗਾਤਾਰ ਜਿਸ ਤਰੀਕੇ ਨਾਲ ਉਹਨਾਂ ਦੀਆਂ ਟੀਮਾਂ ਨੇ ਲਾਰੈਂਸ ਬਿਸ਼ਨੋਈ ਦਾ, ਜੱਗੂ ਭਗਵਾਨਪੁਰੀਆ ਦਾ ਰਿਮਾਂਡ ਲਿਆ ਔਰ ਲਗਾਤਾਰ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖਿਆ, ਤਾਂ ਆਹ ਕੇਸ ਦੇ ਵਿੱਚ ਜ਼ਿਆਦਾ ਸਵਾਲ ਉੱਠੇ ਨਹੀਂ। ਉਸ ਤੋਂ ਬਾਅਦ ਆਉਂਦਾ ਹੈ ਜਿਹੜਾ ਕੇਸ ਡਰੱਗਸ ਦਾ। ਡਰੱਗਸ ਦੇ ਕੇਸ ਦੇ ਵਿੱਚ ਪੁਲਿਸ ਆਪਣਾ ਕੰਮ ਕਰ ਰਹੀ ਹੈ, ਜਿਸ ਕੇਸ ਦੇ ਵਿੱਚ ਵੱਡੇ ਨਾਮ ਵੀ ਪਿੱਛੇ ਜੇ ਜ਼ਰੂਰ ਸੁਰਖੀਆਂ ਦੇ ਵਿੱਚ ਰਹੇ, ਬਿਕਰਮ ਮਜੀਠੀਆ ਵੀ ਨੇ, ਉਹ ਵੀ ਅਦਾਲਤ ਦੇ ਵਿੱਚ, ਉਸ ਨੂੰ ਲੈ ਕੇ ਜ਼ਿਆਦਾ ਸਵਾਲ ਨਹੀਂ। ਪਰ ਜਿਹੜਾ ਬੇਅਦਬੀ ਦਾ ਕੇਸ ਹੈ, ਮੈਂ ਉਸ ਤੋਂ ਬਾਅਦ ਜਾਣਾ, ਜਿਹੜੀਆਂ ਹੋਰ ਵੀ ਚਰਚਾਵਾਂ ਨੇ ਬੇਅਦਬੀ ਦੇ ਕੇਸ ਦੇ ਵਿੱਚ। ਤੁਹਾਨੂੰ ਯਾਦ ਹੋਏਗਾ ਕਿ 23 ਤਰੀਕ ਨੂੰ ਹਰਜੋਤ ਬੈਂਸ ਅਤੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸੰਧਵਾ, ਉਹ ਪਹੁੰਚਦੇ ਨੇ ਬਾਈਬਲ ਕਲਾਂ ਦੇ ਵਿੱਚ ਜਾ ਕੇ। ਉੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੀਆਂ ਨੇ। ਸਿੱਖ ਜਥੇਬੰਦੀਆਂ ਦੇ ਵੱਲੋਂ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਅਸੀਂ ਹੋਰ ਸਮਾਂ ਨਹੀਂ ਦੇਣਾ। ਤਾਂ ਜਿਹੜਾ ਸਿੱਖ ਜਥੇਬੰਦੀਆਂ ਨੇ ਇੱਕ ਤਰੀਕੇ ਨਾਲ ਸਰਕਾਰ ਨੂੰ ਸਮਾਂ ਦਿੱਤਾ ਸੀ 3-4 ਮਹੀਨੇ ਦਾ ਕਿ ਇਸ ਪੂਰੇ ਮਾਮਲੇ 'ਚ ਸਾਨੂੰ ਇਨਸਾਫ ਦਿਵਾਓ, ਤਾਂ ਕਿ ਇਸ ਤਰੀਕੇ ਨਾਲ ਹੀ ਸਰਕਾਰ ਦੇ ਵੱਲੋਂ ਏਜੀ ਨੂੰ ਕੋਈ ਸਮਾਂ ਦਿੱਤਾ ਗਿਆ ਸੀ ਕਿ ਇਸ ਪੂਰੇ ਕੇਸਿਸ ਦੀ ਪੈਰਵੀ ਕਰਕੇ ਇਹਨੂੰ ਸਿਰੇ ਲਗਾਓ? ਇਹ ਇੱਕ ਵੱਡਾ ਸਵਾਲ ਹੈ। ਉਸ ਤੋਂ ਬਾਅਦ ਕਿਉਂਕਿ ਲਗਾਤਾਰ ਸਿੱਖ ਜਥੇਬੰਦੀਆਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਉੱਤੇ ਉਂਗਲ ਚੁੱਕਦੀਆਂ ਨੇ ਤੇ ਬਲੈਂਕਟ ਬੇਲ ਦਾ ਜ਼ਿਕਰ ਹੁੰਦਾ ਹੈ, ਪਰ ਬਲੈਂਕਟ ਬੇਲ ਕੀ ਇਸ ਸਮੇਂ ਨਹੀਂ ਹੈ ਤਾਂ ਫਿਰ ਕੀ ਕਾਰਵਾਈ ਨਹੀਂ ਹੋਈ, ਕਿ ਅਰੈਸਟ ਵਾਰੰਟ ਨਹੀਂ ਕਢਵਾ ਸਕੇ? ਇਹ ਵੀ ਇੱਕ ਕੇਸ ਇਸ ਸਮੇਂ ਹੈਗਾ ਹੈ। ਤਾਂ ਬੇਅਦਬੀ ਵਾਲੇ ਕੇਸਿਸ ਦੇ ਵਿੱਚ ਪੈਰਵੀ ਜਿਸ ਤਰੀਕੇ ਨਾਲ ਹੋ ਰਹੀ ਸੀ, ਹਾਲਾਂਕਿ ਏਜੀ ਅਨਮੋਲ ਰਤਨ ਸਿੱਧੂ ਜੋ ਹੁਣ ਸਾਬਕਾ ਹੋ ਚੁੱਕੇ ਨੇ, ਉਹ ਜ਼ਰੂਰ ਕਹਿ ਗਏ ਕਿ ਨਹੀਂ, ਮੈਂ ਸੰਤੁਸ਼ਟ ਹਾਂ ਜਿਸ ਤਰੀਕੇ ਨਾਲ ਮੇਰੀ ਟੀਮ ਨੇ ਕੰਮ ਕੀਤਾ। ਔਰ ਇਨਫੈਕਟ ਇੱਥੇ ਇੱਕ ਇਹ ਵੀ ਕਾਬਿਲ ਗੌਰ ਹੈ ਕਿ ਜਿਹੜੀ ਮੋਗਾ ਦੇ ਵਿੱਚ ਬੇਅਦਬੀ ਹੋਈ ਸੀ 2015 ਦੇ ਵਿੱਚ, ਬਰਗਾੜੀ ਵਾਲੇ ਪੂਰੇ ਘਟਨਾਕ੍ਰਮ ਤੋਂ ਬਾਅਦ ਮਲਕੇ ਤੇ ਗੁਰਸਰ ਦੇ ਵਿੱਚ, ਉਸ ਦੇ ਵਿੱਚ ਅਦਾਲਤ ਨੇ ਸਜ਼ਾ ਸੁਣਾਈ, ਅਦਾਲਤ ਨੇ ਫੈਸਲਾ ਸੁਣਾਇਆ। ਤਾਂ ਉਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਵਕੀਲਾਂ ਦੀ ਪਿੱਠ ਥਾਪੜੀ ਕਿ ਉਹਨਾਂ ਨੇ ਵਧੀਆ ਕੰਮ ਕੀਤਾ ਸੀ। ਪਰ ਇਸ ਸਮੇਂ ਚਰਚਾਵਾਂ 2-3 ਚੀਜ਼ਾਂ ਨੂੰ ਲੈ ਕੇ। ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ, ਕਿ ਪ੍ਰੋਫੈਸਰ ਭੁੱਲਰ ਦੀ ਜਿਹੜੀ ਰਿਹਾਈ ਦਾ ਮਸਲਾ ਹੈ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਇਹ ਫਾਈਲ ਦਿੱਲੀ ਦੇ ਕੋਲ ਹੈ, ਕਿ ਇਹ ਵਜ੍ਹਾ ਬਣ ਗਈ। ਉਸ ਤੋਂ ਬਾਅਦ ਇੱਕ ਕੇਸ ਸਾਹਮਣੇ ਆਇਆ ਸੀ, ਤੁਹਾਨੂੰ ਯਾਦ ਹੋਏਗਾ, ਜਿਸ ਦੇ ਵਿੱਚ ਜਿਹੜੀ ਟੀਮ ਰੱਖੀ ਜਾਂਦੀ ਹੈ ਏਜੀ ਦੇ ਵੱਲੋਂ, ਉਸ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਰੱਖਣ ਦੇ ਲਈ ਉਹ ਵੀ ਅਦਾਲਤ ਜਾ ਕੇ ਡਿਫੈਂਡ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਵੀ ਬਾਅਦ ਦੇ ਵਿੱਚ ਕਿਹਾ ਗਿਆ ਕਿ ਨਹੀਂ, ਇਸ ਤਰ੍ਹਾਂ ਅਸੀਂ ਨਹੀਂ ਕੀਤਾ, ਤਾਂ ਉਹ ਵੀ ਇੱਕ ਤਰੀਕੇ ਨਾਲ ਪਟੀਸ਼ਨ ਵਾਪਸ ਲਈ। ਔਰ ਪਿਛਲੇ ਕੁਝ ਦਿਨਾਂ ਤੋਂ ਇਹ ਵੀ ਚਰਚਾਵਾਂ ਨੇ, ਖਾਸ ਤੌਰ ਤੇ ਇਸ ਸਮੇਂ, ਕਿ ਜਿਹੜੇ ਏਜੀ ਆਫਿਸ ਦੇ ਟੌਪ ਦੇ ਵਕੀਲ ਨੇ ਜਾਂ ਟੌਪ ਕਾਨੂੰਨੀ ਮਾਹਰ ਨੇ ਪੰਜਾਬ ਸਰਕਾਰ ਦੇ, ਉਹਨਾਂ ਦੀ ਤੇ ਜਿਹੜੇ ਟੌਪ ਦੇ ਅਧਿਕਾਰੀ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਆਈਏਐਸ ਲੈਵਲ ਦੇ ਅਧਿਕਾਰੀ ਨੇ, ਉਹਨਾਂ ਦੇ ਵਿਚਾਲੇ ਕੋਈ ਤਕਰਾਰ ਹੋਈ ਹੈ। ਤਾਂ ਉਸ ਤਕਰਾਰ ਤੋਂ ਬਾਅਦ ਵੀ ਇਸ ਤਰੀਕੇ ਦਾ ਡਿਸੀਜਨ ਲਿਆ ਗਿਆ ਹੈ ਜਾਂ ਹੋ ਸਕਦਾ ਹੈ। ਤੇ ਕਾਬਿਲ ਗੌਰ ਇੱਥੇ ਇਹ ਵੀ ਹੈ
ਕਿ ਜੇਕਰ ਆਈਏਐਸ ਦੇ ਨਾਲ ਕਿਸੇ ਨਾਲ ਜਾਂ ਫਿਰ ਕੋਈ ਜਿਹੜੇ ਸੀਐਮਓ ਦੇ ਵਿੱਚ ਹੁੰਦੇ ਨੇ ਆਈਏਐਸ ਉਹਨਾਂ ਦੇ ਨਾਲ ਕੋਈ ਤਕਰਾਰ ਹੋਈ ਹੈ ਤਾਂ ਕੀ ਉਹ ਤਕਰਾਰ ਤੋਂ ਬਾਅਦ ਇਹ ਪੂਰਾ ਮਸਲਾ ਮੁੱਖ ਮੰਤਰੀ ਦੇ ਕੋਲ ਪਹੁੰਚ ਗਿਆ? ਜੇ ਮੁੱਖ ਮੰਤਰੀ ਦੇ ਕੋਲ ਪਹੁੰਚ ਗਿਆ ਤਾਂ ਕੀ ਏਜੀ ਦੇ ਪੱਖ ਵਾਲੇ ਪਾਸੇ ਸਰਕਾਰ ਦੇ ਨੁਮਾਇੰਦੇ ਆ ਕੇ ਨਹੀਂ ਖੜੇ? ਇਹ ਵੀ ਇੱਕ ਵੱਡਾ ਸਵਾਲ ਹੈ। ਇਨਫੈਕਟ ਇਹ ਵੀ ਜਾਣਕਾਰੀ ਹੈ ਕਿ ਇੱਕ ਦਿਨ ਪਹਿਲਾਂ ਵੀ ਅਨਮੋਲ ਰਤਨ ਸਿੱਧੂ ਨੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ, ਜਾ ਕੇ ਮੁਲਾਕਾਤ ਕੀਤੀ ਹੈ ਕਿ ਇੱਕ ਦਿਨ ਪਹਿਲਾਂ ਤੱਕ ਵੀ ਏਜੀ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦੇ ਰਹੇ ਜਾਂ ਫਿਰ ਮੁੱਖ ਮੰਤਰੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਤਾਂ ਇੱਕ ਚੀਜ਼ ਬਹੁਤ ਕਲੀਅਰ ਹੈ ਵਿਜੇ ਇਸ ਪੂਰੇ ਮਾਮਲੇ ਦੇ ਵਿੱਚ ਕਿ ਉਹ ਨਹੀਂ ਹੈ ਵਜ੍ਹਾ ਜੋ ਇੱਕ ਰੈਜ਼ਿਗਨੇਸ਼ਨ ਲਿਖਣ ਲੱਗੇ ਦੱਸ ਦਿੱਤੀ ਗਈ ਜੋ ਲੱਗ ਰਿਹਾ ਹੈ। ਵਜ੍ਹਾ ਪਿੱਛੇ ਹੋ ਰਿਹਾ, ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੱਤੇ ਖੁੱਲਦੇ ਜਾਣ ਤੇ ਪਤਾ ਲੱਗ ਸਕੇ। ਜ਼ਾਹਿਰ ਜੀ ਗੱਲ ਹੈ ਗੌਰਵ, ਵਜ੍ਹਾ ਤੇ ਹੋਏਗੀ ਕਿਉਂਕਿ ਹਜਮ ਕਰਨਾ, ਇਹ ਠੀਕ ਵਰਡ ਬੋਲਿਆ ਕਿ ਹਜਮ ਕਰਨਾ ਬਹੁਤ ਔਖਾ ਹੈ ਇਸ ਤਰੀਕੇ ਨਾਲ ਕਿ ਨਿੱਜੀ ਕਾਰਨਾਂ ਕਰਕੇ ਮੈਂ ਅਸਤੀਫਾ ਦੇ ਦਿਆਂ। ਪਰ ਮੈਂ ਇੱਕ ਲਿਸਟ ਵਾਲੀ ਗੱਲ ਤੇ ਜ਼ਰੂਰ ਦੁਬਾਰੇ ਆਉਂਗਾ ਗੌਰਵ। ਲਿਸਟ ਦੀ ਚਰਚਾ ਬਹੁਤ ਹੁੰਦੀ ਹੈ, ਐਡੀਸ਼ਨਲ ਐਡਵੋਕੇਟ ਜਨਰਲ ਅਪਾਇੰਟ ਕਰਨੇ ਆ। ਪਿਛਲੀਆਂ ਸਰਕਾਰਾਂ ਵੇਲੇ ਜਦੋਂ ਅਪਾਇੰਟ ਹੋਏ ਨੇ ਉਦੋਂ ਸਵਾਲ ਉੱਠੇ ਨੇ, ਉਸ ਤੋਂ ਬਾਅਦ ਜਦੋਂ ਵੀ ਕਦੇ ਇਹ ਲਿਸਟ ਦਾ ਜ਼ਿਕਰ ਹੋਇਆ ਇਹ ਹਮੇਸ਼ਾ ਲਿਸਟ ਵਿਵਾਦਾਂ ਦਾ ਕਾਰਨ ਬਣਦੀ ਹੈ। ਆਪਦੇ ਚਹੇਤਿਆਂ ਦੇ ਨਾਮ ਹੋ ਸਕਦਾ, ਚਾਹੇ ਕੋਈ ਮੰਤਰੀ ਸਿਫਾਰਿਸ਼ ਕਰ ਰਿਹਾ ਹੋਵੇ, ਕੋਈ ਮੁੱਖ ਮੰਤਰੀ ਦੀ ਲਿਸਟ ਹੋਵੇ, ਹੋ ਸਕਦਾ ਕੋਈ ਦਿੱਲੀ ਵਾਲਿਆਂ ਦੀਆਂ ਸਿਫਾਰਿਸ਼ਾਂ ਹੋਣ ਕਿ ਇਹਨਾਂ ਨੂੰ ਵਿੱਚ ਐਡ ਆਨ ਕਰੋ, ਔਰ ਪ੍ਰੈਸ਼ਰ ਐਡਵੋਕੇਟ ਜਨਰਲ ਤੇ ਆ ਗਿਆ ਹੋਵੇ ਕਿਉਂਕਿ ਉਹਨਾਂ ਦੇ ਆਪਣੇ ਵੀ ਕਰੀਬੀ ਹੁੰਦੇ ਆ ਜਿਨ੍ਹਾਂ ਦੀ ਐਡਜਸਟਮੈਂਟ ਕਰਨੀ ਹੁੰਦੀ ਹੈ। ਸੋ ਕਈ ਵਾਰੀ ਇਹ ਵੀ ਚੀਜ਼ ਕਿਤੇ ਨਾ ਕਿਤੇ ਵੱਡਾ ਕਾਰਨ ਬਣ ਸਕਦੀ ਹੈ। अब बिल्कुल लाजमी तौर पर हुण सवाल यह है कि जिहड़ी वो लिस्ट बन रही सी उस लिस्ट दे विच फेवरेट किस दे सी ज्यादा, जेकर यह वजह है, हालांकि वो लाजमी तौर पर पार्टी या फिर एजी खुद उसनूं डिनाई करनगे, पर जेकर लिस्ट एक वड्डी वजह बन गई सी तां कि सिफारिश मंत्रियों वाले पासे तो ज्यादा सी या सिफारिश सीएम वाले पासे तो ज्यादा सी या दिल्ली वाले पासे तो ज्यादा सी या फिर एजी अपनी टीम रखना चाहते सी। एक बहुत इंपॉर्टेंट पॉइंट यह भी है क्योंकि जदों तुसीं किसी नूं कोई टास्क दिंदे हो, बहुत क्लीयर है विजय कि जदों आपां किसी नूं कोई टास्क दईए कि तुसीं ਇਹ ਕੰਮ ਕਰਨਾ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਇਹੀ ਇੱਕ ਕਿਤੇ ਨਾ ਕਿਤੇ ਉਸ ਟਾਸਕ ਨੂੰ ਪੂਰਾ ਕਰਨ ਵਾਲੇ ਦੀ ਸ਼ਰਤ ਹੁੰਦੀ ਹੈ ਕਿ ਟੀਮ ਮੇਰੀ ਮਨਪਸੰਦ ਹੋਏਗੀ ਜੀ। ਜੇ ਆਪਾਂ ਕੇਸਿਸ ਲੜਨੇ ਨੇ, ਜਿੱਤਨੇ ਨੇ, ਬੇਅਦਬੀ ਦਾ, ਡਰੱਗਸ ਦਾ ਜਾਂ ਹੋਰ ਜਿਹੜੇ ਕੇਸਾਂ ਦੀ ਪੈਰਵੀ ਕਰਨੀ ਹੈ ਤਾਂ ਫਿਰ ਜਿਹੜੀ ਟੀਮ ਆ ਉਹ ਮੇਰੀ ਮਨ ਮੁਤਾਬਕ ਹੋਵੇ ਕਿ ਜਿਹੜੇ ਮੈਨੂੰ ਲੱਗਦੇ ਆ ਕਿ ਜਾ ਕੇ ਸੋਲਿਡ ਤਰੀਕੇ ਨਾਲ ਪੈਰਵੀ ਕਰ ਸਕਦੇ ਨੇ ਤਾਂ ਉਹੀ ਟੀਮ ਰੱਖੀ ਜਾਵੇ। ਤਾਂ ਕਿ ਉਹ ਟੀਮ ਅਨਮੋਲ ਰਤਨ ਸਿੱਧੂ ਨੂੰ ਨਹੀਂ ਮਿਲ ਰਹੀ ਸੀ ਕਿ ਉਸ ਟੀਮ ਦੇ ਵਿੱਚ ਜਿਹੜੇ ਰੱਖੇ ਜਾ ਰਹੇ ਸੀ ਲਾਇਰਸ ਜਾਂ ਉਹਨਾਂ ਦੀ ਟੀਮ ਦੇ ਮੈਂਬਰ ਉਹ ਆਲੇ ਦੁਆਲੇ ਤੋਂ ਪ੍ਰੈਸ਼ਰ ਸੀ ਕਿ ਨਹੀਂ ਤੁਸੀਂ ਜਿਹੜੇ ਬਾਕੀ ਦੇ ਲਾਇਰਸ ਨੇ ਉਹ ਇਸ ਟੀਮ ਦੇ ਵਿੱਚ ਆਹਾ ਹੋਣੇ ਚਾਹੀਦੇ ਨੇ, ਤਾਂ ਉਸ ਪ੍ਰੈਸ਼ਰ ਦੀ ਵਜ੍ਹਾ ਦੇ ਨਾਲ ਹੋਈ। ਦੇਖੋ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਜਦੋਂ ਤੁਸੀਂ ਐਸਟੀਐਫ ਨੂੰ ਕੋਈ ਟਾਸਕ ਦੇ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ ਹਰਪ੍ਰੀਤ ਸਿੱਧੂ ਨੂੰ ਟਾਸਕ ਦਿੱਤਾ ਸੀ ਕਿ ਤੁਸੀਂ ਡਰੱਗਸ ਦੇ ਖਿਲਾਫ ਇਹ ਪੂਰੀ ਮੁਹਿੰਮ ਚਲਾਓ, ਤਾਂ ਉਹਨਾਂ ਨੂੰ ਟਾਸਕ ਦੇਣ ਦੇ ਨਾਲ ਬਹੁਤ ਸਾਰੀਆਂ ਆਮ ਤੌਰ ਤੇ ਕਿਹਾ ਜਾਂਦਾ ਕਿ ਤੁਹਾਨੂੰ ਖੁੱਲੀ ਛੁੱਟੀ ਹੈ ਜੀ, ਤੁਹਾਨੂੰ ਫ੍ਰੀ ਹੈਂਡ ਹੈ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਜਾ ਕੇ ਕੰਮ ਕਰੋ। ਅੱਛਾ, ਜਿਹੜੇ ਹੁਣ ਇਸ ਸਮੇਂ AGTF ਬਣਾਈ ਗਈ ਹੈ, ਐਂਟੀ ਗੈਂਗਸਟਰ ਟਾਸਕ ਫੋਰਸ, ਉਹਨਾਂ ਨੂੰ ਵੀ ਇਹੀ ਕਿਹਾ ਗਿਆ ਕਿ ਤੁਸੀਂ ਫ੍ਰੀ ਹੈਂਡ ਹੈ, ਤੁਸੀਂ ਜਾ ਕੇ ਇਹ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਕਰੋ। ਡਰੱਗਸ ਵਾਲਾ ਮਾਮਲਾ ਹੋਵੇ ਜਾਂ ਫਿਰ ਗੈਂਗਸਟਰਾਂ ਵਾਲਾ ਇਸ਼ੂ ਹੋਵੇ, ਉਸ ਤੋਂ ਬਾਅਦ ਜਿਹੜੇ ਜਿੱਥੇ ਵਕੀਲਾਂ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਵਿੱਚ ਬੇਅਦਬੀ ਵਾਲਾ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਬਹੁਤ ਵੱਡਾ ਕੇਸ ਹੈ, ਗੋਲੀकांड ਵਾਲੇ ਕੇਸਿਸ ਬਹੁਤ ਵੱਡੇ ਹੈਗੇ ਨੇ, ਤਾਂ ਉਹ ਲਾਜ਼ਮੀ ਤੌਰ ਤੇ ਹੈ ਕਿ ਹੋ ਸਕਦਾ ਹੈ ਕਿ ਏਜੀ ਕਹਿ ਰਹੇ ਹੋਣ, ਯਾਨੀ ਕਿ ਅਨਮੋਲ ਰਤਨ ਸਿੱਧੂ ਕਹਿ ਰਹੇ ਹੋਣ ਕਿ ਟੀਮ ਮੇਰੀ ਮਨਪਸੰਦ ਹੋਏਗੀ, ਪਰ ਟੀਮ ਮਿਲ ਨਹੀਂ ਰਹੀ ਸੀ ਤੇ ਉਸ ਤੋਂ ਬਾਅਦ ਇਸ ਤਰੀਕੇ ਦਾ ਇਹ ਫੈਸਲਾ ਲਿਆ ਗਿਆ। ਮੈਂ ਇੱਕ ਹੋਰ ਛੋਟਾ ਜਿਹਾ ਐਡ ਕਰ ਦਵਾਂ ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ, ਕੈਪਟਨ ਅਮਰਿੰਦਰ ਸਿੰਘ ਫਿਰ ਉਸ ਤੋਂ ਬਾਅਦ ਹਟ ਗਏ ਮੁੱਖ ਮੰਤਰੀ ਦੇ ਅਹੁਦੇ ਤੋਂ, ਚਰਨਜੀਤ ਸਿੰਘ ਚੰਨੀ ਆ ਗਏ, ਤਾਂ ਜਿਹੜੀ ਨਿਯੁਕਤੀ ਹੋਈ ਏਜੀ ਦੀ ਉਸ ਨੂੰ ਲੈ ਕੇ ਬੜੇ ਸਵਾਲ ਉੱਠੇ ਔਰ ਕਾबिल गौर है कि फिर एजी ਨੂੰ ਹਟਾਉਣਾ ਪੈ ਗਿਆ, एजी ਨੂੰ ਬਦਲਣਾ ਪੈ ਗਿਆ। ਤਾਂ ਉੱਥੇ ਟੀਮ ਦਾ ਹੀ ਰੌਲਾ ਸੀ ਕਿ ਜੇ ਟੀਮ ਸਿੱਧੂ ਦੀ ਜਾਂ ਚੰਨੀ ਦੀ ਮਨਪਸੰਦ ਨਹੀਂ ਸੀ ਤਾਂ ਫਿਰ ਰੌਲਾ ਪੈਣਾ ਸ਼ੁਰੂ ਹੋ ਗਿਆ, ਜੇ ਆਪਸੀ ਤਾਲਮੇਲ ਨਹੀਂ ਸੀ ਤਾਂ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਏਜੀ ਨੂੰ ਬਦਲਣਾ ਪਿਆ। ਕਾबिल गौर ਇੱਕ ਵੀ ਇਸ ਸਮੇਂ ਦਰਸ਼ਕਾਂ ਨੂੰ ਅਸੀਂ ਲਗਾਤਾਰ, ਇਨਫੈਕਟ ਤੁਸੀਂ ਵੀ ਦੱਸ ਰਹੇ ਹੋ ਕਿ ਪਿਛਲੇ 8-9 ਮਹੀਨਿਆਂ 'ਚ ਕਰੀਬ 10 ਮਹੀਨਿਆਂ ਦੇ ਵਿੱਚ ਹੁਣ 5ਵਾਂ ਏਜੀ ਪੰਜਾਬ ਨੂੰ ਮਿਲਣ ਜਾ ਰਿਹਾ ਹੈ। ਐਡਵੋਕੇਟ ਜਨਰਲ ਆਪਾਂ ਜਾਣਦੇ ਹਾਂ ਕਿ ਪੰਜਾਬ ਦਾ ਸਭ ਤੋਂ ਵੱਡਾ ਵਕੀਲ ਸਰਕਾਰ ਦਾ, ਤੇ ਜੇਕਰ ਲਗਾਤਾਰ ਵਕੀਲ ਕੋਈ ਟੀਮ ਚੇਂਜ ਹੋ ਰਹੀ ਹੈ ਤਾਂ ਜਿਹੜਾ ਕੇਸ ਪਿਛਲੇ 3-4 ਮਹੀਨਿਆਂ ਦੇ ਵਿੱਚ ਅਨਮੋਲ ਰਤਨ ਸਿੱਧੂ ਜਾਂ ਉਹਨਾਂ ਦੀ ਟੀਮ ਨੇ ਪੜਿਆ, ਸਮਝਿਆ, ਪੈਰਵੀ ਕਰਨੀ ਸ਼ੁਰੂ ਕੀਤੀ, ਤਾਂ ਕੀ ਹੁਣ ਉਹ 4 ਮਹੀਨੇ ਹੋਰ ਅੱਗੇ ਡਿਲੇ ਹੋ ਜਾਏਗਾ? ਇੱਕ ਵੱਡਾ ਸਵਾਲ ਹੈ ਕਿ ਨਵੇਂ ਏਜੀ ਆਣਗੇ, ਉਹਨਾਂ ਦੀ ਟੀਮ ਹੋਏਗੀ, ਉਹ ਵੀ ਫਿਰ ਸਟੱਡੀ ਕਰਨਾ ਸ਼ੁਰੂ ਕਰਨਗੇ, ਫਿਰ ਉਹਨਾਂ ਨੂੰ ਵੀ ਥੋੜਾ ਸਮਾਂ ਚਾਹੀਦਾ ਹੋਏਗਾ। ਯਾਨੀ ਜਿਹੜਾ ਡਿਲੇ ਤੋਂ ਬਚਣਾ ਚਾਹੁੰਦੀ ਹੈ ਸਰਕਾਰ ਬੇਅਦਬੀ ਵਾਲੇ ਕੇਸਿਸ ਦੇ ਵਿੱਚ, ਡਰੱਗਸ ਵਾਲੇ ਕੇਸਿਸ ਦੇ ਵਿੱਚ, ਉਹ ਕਿਤੇ ਨਾ ਕਿਤੇ ਉਹ ਲਾਜ਼ਮੀ ਤੌਰ ਤੇ ਇੱਕ ਤਰ੍ਹਾਂ ਫਿਰ ਡਿਲੇ ਵਾਲੇ ਪਾਸੇ ਪੂਰਾ ਕੇਸ ਜਾਂਦਾ ਹੋਇਆ ਨਜ਼ਰ ਆ ਰਿਹਾ। ਵਿਜੇ
ਧੰਨਵਾਦ ਗੌਰਵ ਇਸ ਜਾਣਕਾਰੀ ਦੇ ਲਈ, ਇਸ ਗੱਲਬਾਤ ਦੇ ਲਈ। ਤਾਂ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਗੌਰਵ ਨੇ ਰੇਜ਼ ਕੀਤੇ ਨੇ, ਉਹਨਾਂ ਦੇ ਵਿੱਚ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਫ਼ ਨਜ਼ਰ ਆਉਂਦੀਆਂ ਨੇ, ਕਿਤੇ ਨਾ ਕਿਤੇ ਇਹ ਚੀਜ਼ਾਂ ਵੱਲ ਧਿਆਨ ਜਾਂਦਾ ਹੈ ਕਿ ਇਹ ਵਜ੍ਹਾ ਹੋ ਸਕਦੀਆਂ ਨੇ। ਜਿਵੇਂ ਟੀਮ ਦਾ ਜ਼ਿਕਰ ਕੀਤਾ, ਜ਼ਾਹਿਰ ਜੀ ਗੱਲ ਹੈ ਜੇ ਕੋਈ ਸੈਨਾਪਤੀ ਚੁਣਿਆ ਤਾਂ ਉਹ ਫਿਰ ਟੀਮ ਜਿਹੜੀ ਹੈ ਉਹ ਕਾਬਿਲ ਲੋਕਾਂ ਦੀ ਟੀਮ ਆਪਣੇ ਨਾਲ ਰੱਖੇਗਾ, ਔਰ ਜੇ ਉਸ 'ਚ ਕਿੰਤੂ ਪਰੰਤੂ ਹੁੰਦੇ ਨੇ ਤਾਂ ਫਿਰ ਅਗਲਾ ਕਹਿ ਦਿੰਦਾ ਕਿ ਤੁਸੀਂ ਆਪੇ ਕਰ ਲਓ, ਮੈਂ ਪਾਸੇ ਹਟਦਾ। ਕਈ ਵਾਰੀ ਐਸੇ ਰੀਜ਼ਨ ਹੋ ਸਕਦੇ ਨੇ, ਇਸ ਦੇ ਚਾਂਸਸ ਨੇ, ਜਿਸ ਲਿਸਟ ਦਾ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜੇ ਪੁਰਾਣੇ ਕੇਸ ਨੇ, ਪੁਰਾਣੇ ਕੇਸਾਂ ਦੇ ਵਿੱਚ ਕੀ ਹੁਣ ਤੱਕ ਪ੍ਰੋਗਰੈਸ ਹੋਈ ਹੈ, ਜਾਂ ਕੀ ਉਹਨਾਂ ਨੂੰ ਅੱਗੇ, ਉਹਨਾਂ ਕੇਸਾਂ ਦੀ ਕੀ ਇਸ ਵੇਲੇ ਪੋਜੀਸ਼ਨ ਹੈ, ਕਿਸ ਤਰੀਕੇ ਨਾਲ ਉਹਨਾਂ ਨੂੰ ਅੱਗੇ ਵਧਾਇਆ ਜਾਣਾ ਹੈ, ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜ਼ਿਕਰ ਹੋ ਰਿਹਾ ਕਿ ਕਿਸੇ ਵੱਡੇ ਅਫਸਰਾਂ ਦੇ ਨਾਲ, ਸੀਨੀਅਰ ਸੀਐਮਓ ਦੇ ਅਫਸਰਾਂ ਦੇ ਨਾਲ ਬਹਿਸ ਦਾ, ਕੀ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ। ਪੁਰਾਣੇ ਮਾਮਲੇ ਨੇ, ਜਿਹੜੇ ਮਾਮਲੇ ਚੱਲੇ ਆ ਰਹੇ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ, ਉਹ ਉਸੇ ਤਰੀਕੇ ਨਾਲ ਚੱਲਦੇ ਰਹੇ, ਕਿਸੇ ਸਿਰੇ ਨਹੀਂ ਲੱਗੇ। ਇਸ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ ਇਹਨਾਂ ਨੂੰ ਸਿਰੇ ਲਾਵਾਂਗੇ, ਤਾਂ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਕਾਰਨ ਬਣ ਸਕਦੀਆਂ ਨੇ। ਸੋ ਕਈ ਸਾਰੇ ਜਿਹੜੇ ਨੇ ਕਾਰਨ ਨੇ, ਵਜ੍ਹਾ ਨੇ, ਜਿਨ੍ਹਾਂ ਨੂੰ ਟਟੋਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ 10 ਮਹੀਨਿਆਂ ਦੇ ਵਿੱਚ 5ਵਾਂ ਏਜੀ ਪੰਜਾਬ ਨੂੰ ਮਿਲਣ ਜਾ ਰਿਹਾ ਹੈ ਨਵਾਂ। 4 ਏਜੀ ਬਦਲ ਦਿੱਤੇ ਗਏ ਨੇ। ਅਤੁਲ ਨੰਦਾ ਤੋਂ ਬਾਅਦ ਚਰਨਜੀਤ ਚੰਨੀ ਜਦੋਂ ਸੀਐਮ ਬਣਦੇ ਨੇ ਤਾਂ ਏਪੀਐਸ ਦਿਓਲ ਨੂੰ ਲਾਇਆ ਜਾਂਦਾ ਹੈ। ਉਸ ਗੱਲ ਤੇ ਨਵਜੋਤ ਸਿੰਘ ਸਿੱਧੂ ਅੜ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਦੇ ਨਾਲ ਨਾਰਾਜ਼ਗੀ ਦੇ ਚੱਲਦੇ ਏਪੀਐਸ ਦਿਓਲ ਨੂੰ ਬਦਲ ਦਿੱਤਾ ਜਾਂਦਾ ਹੈ, ਔਰ ਫਿਰ ਨਵਜੋਤ ਸਿੰਘ ਸਿੱਧੂ ਦੇ ਮਨਪਸੰਦ ਡੀਐਸ ਪਟਵਾਲੀਆ ਨੂੰ ਲਗਾ ਦਿੱਤਾ ਜਾਂਦਾ ਹੈ। ਫਿਰ ਸੂਬੇ 'ਚ ਸਰਕਾਰ ਬਦਲ ਜਾਂਦੀ ਹੈ ਤੇ ਸਰਕਾਰ ਬਦਲਦੇ ਹੀ ਅਨਮੋਲ ਰਤਨ ਸਿੱਧੂ ਏਜੀ ਦਾ ਅਹੁਦਾ ਸੰਭਾਲ ਲੈਂਦੇ ਨੇ, ਤੇ ਅੱਜ 4 ਮਹੀਨਿਆਂ ਬਾਅਦ ਅਨਮੋਲ ਰਤਨ ਸਿੱਧੂ ਵੀ ਅਸਤੀਫਾ ਦੇ ਕੇ ਪਾਸੇ ਹੋ ਜਾਂਦੇ ਨੇ।